अस्सलाम वालेकुम। बॉडी बिल्डिंग सीधी बात ते बिलाल फिटर। बिलाल भाई बहुत शुक्रिया आपका, आपने हमें दोबारा अपने टाइम दिया। बड़ा बेसब्री से सबको इंतजार था आपकी वीडियो का। आज का हमारा जो टॉपिक है कि क्या बॉडी बिल्डिंग एक हेल्दी स्पोर्ट है। जी वालेकुम अस्सलाम जी। आप सब की हाल है? ठीक ठाक हो? तबीयत ठीक है? और ਜਿਹੜੇ ਤੁਹਾਡੇ इर्द गिर्द बैठे ने ਉਹਨਾਂ ਦਾ ਕੀ ਹਾਲ ਹੈ? जी बिलाल भाई, और ਅੱਜ ਦਾ ਸਾਡਾ ਟੌਪਿਕ ਹੈਗਾ ਕਿ ਬॉडी ਬਿਲਡਿੰਗ ਇੱਕ ਹੈਲਦੀ ਸਪੋਰਟ ਹੈ ਕਿ ਨਹੀਂ। ਇਸ ਤੋਂ ਇਲਾਵਾ ਰੀਸੈਂਟਲੀ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਮਰਨਾ ਤੇ ਸਭ ਨੇ ਹੈ ਵੀ ਇੱਕ ਦਿਨ। ਟਾਰਗੇਟ ਹੁੰਦਾ ਨਾ ਕਿ ਬਾਡੀ ਬਿਲਡਿੰਗ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਲੋਕੀ ਜਾਣਬੁੱਝ ਕੇ ਤਾਂ ਕਰ ਰਹੇ ਨੇ ਜਾਂ ਜਾਣਬੁੱਝ ਕੇ ਮਜ਼ਾ ਲੈਣ ਵਾਸਤੇ ਬਾਡੀ ਬਿਲਡਰ ਸਟੀਰੋਇਡ ਲੈਂਦੇ ਨੇ, ਸਾਈਕਲਿੰਗ ਕਰਦੇ ਨੇ ਜਾਂ ਗੇਅਰਸ ਵਗੈਰਾ ਯੂਜ਼ ਕਰਦੇ ਨੇ। देखो, सब तो पहले तो मेरी गुजारिश है ये शॉन रॉल्डन मिस्टर ओलंपिया बड़ा खूबसूरत, मेरा बड़ा फेवरेट थी, आइडियल ओलंपिया थी जो वो 46 ਦੀ आई थिंक ਉਮਰ ਦੇ ਵਿੱਚ ਉਹ ਫੋਟ ਹੋ ਗਿਆ। ਮੈਨੂੰ ਫਿਲਹਾਲ ਤੇ ਨਹੀਂ ਪਤਾ, ਨਾ ਮੈਂ ਆਰਟੀਕਲਸ ਵਗੈਰਾ ਪੜ੍ਹੇ ਨੇ, ਨਾ ਮੈਂ ਦੇਖਿਆ ਕਿ ਕੀ ਹੋਇਆ ਉਹਦੇ ਨਾਲ ਤੇ ਕੀ ਨਹੀਂ ਹੋਇਆ। ਠੀਕ ਹੈ, ਤੇ ਬਾਕੀ ਜਿਹੜਾ ਦੁਨੀਆ ਤੇ ਆਇਆ ਉਹਨੇ ਜਾਣਾ, ਉਹ ਜਿਹੜਾ ਵੀ ਹੈ। ਪੂਰੀ ਬੋਡੀ ਬਿਲਡਿੰਗ ਨੂੰ ਦੁਨੀਆ ਦੀ ਜਿਹੜੀ ਬੋਡੀ ਬਿਲਡਰ ਨੇ, ਬੋਡੀ ਬਿਲਡਿੰਗ ਸਭ ਨੂੰ ਮੇਰੇ ਵੱਲੋਂ ਇਜ਼ਾਰੇ ਤਜ਼ੀਅਤ ਹੈ ਬਹੁਤ ਬਹੁਤ। ਤੇ ਦੂਸਰਾ ਤੁਹਾਡਾ ਕੁਐਸਚਨ ਹੈਗਾ ਕਿ ਜੀ ਬੋਡੀ ਬਿਲਡਿੰਗ ਹੈਲਦੀ ਸਪੋਰਟ, ਫਾਈਨ ਹੈਲਦੀ ਸਪੋਰਟ ਹੀ ਹੈ, ਇਹਨੂੰ ਅਨਹੈਲਦੀ ਬਣਾ ਦਿੱਤਾ ਗਿਆ। ਇਹਨੂੰ ਅਨਹੈਲਦੀ ਜਿਹੜਾ ਨਾ ਉਹ ਬਣਾ ਦਿੱਤਾ ਗਿਆ। ਐਵੇਂ ਜਿਸ ਚੀਜ਼ ਦੀ ਜ਼ਰੂਰਤ ਵੀ ਨਹੀਂ ਗਈ ਉਸ ਚੀਜ਼ ਨੂੰ ਵਿੱਚ ਪੁੱਟ ਅਪ ਕਰਤਾ ਗਿਆ ਬੋਡੀ ਬਿਲਡਿੰਗ ਦੇ ਵਿੱਚ। ਇਸ ਤੋਂ ਬਗੈਰ ਹੁਣ ਜਿਹੜੀਆਂ ਚੀਜ਼ਾਂ ਵਿੱਚ ਪੁੱਟ ਅਪ ਕਰਤੀਆਂ ਗਈਆਂ ਨੇ, ਉਸ ਤੋਂ ਬਗੈਰ ਹੁਣ ਬੋਡੀ ਬਿਲਡਿੰਗ ਦੀ ਸਟੇਜ ਜਾਂ ਬੋਡੀ ਬਿਲਡਿੰਗ ਜਾਂ ਦੇ ਇਵੈਂਟ ਚੰਗੇ ਵੀ ਨਹੀਂ ਲੱਗਦੇ। ਠੀਕ ਹੈ ਨਾ, ਜਿਹੜੀ ਚੀਜ਼ ਤੁਸੀਂ ਇੱਕ ਵਾਰੀ ਇੰਟਰੋਡਿਊਸ ਕਰ ਦਿਓ ਮਿਰਚ ਮਸਾਲਾ ਲਾ ਕੇ ਕਿਸੇ ਵੀ ਚੀਜ਼ ਦੇ ਵਿੱਚ, ਉਹ ਫਿਲਮ ਹੈ, ਉਹ ਬੋਡੀ ਬਿਲਡਿੰਗ ਹੈ, ਉਹ ਕੁਛ ਵੀ ਹੈ, ਉਹ ਜਦੋਂ ਉਹਦੀ ਤੁਸੀਂ ਉਸ ਖੂਬਸੂਰਤੀ ਨੂੰ ਜਾਂ ਉਸ ਚੀਜ਼ ਨੂੰ ਜਿਹੜੀ ਵੀ ਜਿਹਦੇ ਨਾਲ ਉਹ ਪ੍ਰਮੋਟ ਹੋ ਰਹੀ ਹੈ ਜਾਂ ਬਹੁਤ ਜ਼ਿਆਦਾ ਉਹਦਾ ਰਿਜ਼ਲਟ ਨਜ਼ਰ ਆ ਰਿਹਾ ਹੈ, ਉਹ ਅਗਰ ਤੁਸੀਂ ਵਿੱਚੋਂ ਕੱਢ ਦਿਓਗੇ ਉਹਦਾ ਜਿਹੜਾ ਨਾ ਮਾਮਲਾ ਕੁਝ ਵੀ ਨਹੀਂ ਨਜ਼ਰ ਆਏਗਾ ਤੁਹਾਨੂੰ। ਠੀਕ ਹੈ, ਤੇ ਜਿਮ ਦੇ ਵਿੱਚ ਜਾਣਾ, ਉੱਥੇ ਜਾ ਕੇ ਪਸੀਨਾ ਕੱਢਣਾ, ਆਪਣਾ ਟ੍ਰੇਨਿੰਗ ਕਰਨੀ ਜਾ ਕੇ, ਕਾਰਡੀਓ ਕਰਨੀ ਜਾ ਕੇ, ਐਕਸਰਸਾਈਜ਼ ਵੇਟ ਟ੍ਰੇਨਿੰਗ ਕਰਨੀ ਜਾ ਕੇ, ਮੈਨੂੰ ਦੱਸੋ ਕਿਹੜਾ ਸਮਝਦਾਰ ਆਦਮੀ ਹੈ ਜਿਹੜਾ ਉਹ ਤੁਹਾਨੂੰ ਬੈਠ ਕੇ ਕਹੇਗਾ ਕਿ ਬੋਡੀ ਬਿਲਡਿੰਗ ਜਾਂ ਫਿਟਨੈਸ ਹੈ ਜਿਹੜੀ ਨਾ ਅਨਹੈਲਦੀ ਫੀਲਡ? ਕੌਣ ਕਹੇਗਾ? ਕੁਐਸਚਨ ਹੈਗਾ, ਪ੍ਰੋਬਲਮ ਹੈਗੀ ਹੈ ਕਿ ਕਿਸ ਤਰ੍ਹਾਂ ਅਨਹੈਲਦੀ ਹੋਈ ਹੈ। ਮੇਰੀ ਗੱਲ ਸਮਝ ਆ ਰਹੀ ਹੈ? ਜੀ ਜੀ। ਕਿਸ ਤਰ੍ਹਾਂ ਅਨਹੈਲਦੀ ਹੋਈ ਹੈ ਸਿੱਧੀ? ਹੁਣ ਮੈਂ ਜਿਹੜੀ ਓਪਨ ਨੰਗੀ ਗੱਲ ਕਰਾਂ, ਇਹਨੂੰ ਸਟੀਰੋਇਡ ਵਿੱਚ ਲੈਣ ਦਾ, ਇਹਦੇ ਵਿੱਚ ਮੈਡੀਸਨ ਇਹਦੇ ਵਿੱਚ ਲੈਣ ਦੀ ਹੈ। ਅਨਨੋਨ ਲੋਕ ਆ ਗਏ ਨੇ, ਅਨਪ੍ਰੋਫੈਸ਼ਨਲ ਲੋਕ ਆ ਗਏ ਨੇ। ਈਵਨ ਕਿ ਤੁਸੀਂ ਇਹ ਨਾ ਸਮਝੋ ਕਿ ਏਸ਼ੀਆ ਰੀਜਨ ਦੇ ਵਿੱਚ ਹੈਗੇ ਨੇ ਇਹ ਲੋਕ, ਸਾਊਥ ਏਸ਼ੀਆ ਰੀਜਨ ਦੇ ਵਿੱਚ ਹੈਗੇ ਨੇ, ਠੀਕ ਹੈ, ਯੂਰਪ 'ਚ ਹੈਗੇ ਨੇ, ਅਮਰੀਕਾ 'ਚ ਹੈਗੇ ਨੇ। ਮਤਲਬ ਕਿ ਜਿੰਨੇ ਵੀ ਬੜੇ ਆਜ਼ਮ ਨੇ ਦੁਨੀਆ ਦੇ ਸਾਰੇ, ਜਿੱਥੇ ਵੀ ਬੋਡੀ ਬਿਲਡਿੰਗ ਹੁੰਦੀ ਪਈ ਹੈ, ਹਰ ਜਗ੍ਹਾ ਦੇ ਵਿੱਚ ਜਿਹੜੇ ਨਾ ਨੋਨ ਪ੍ਰੋਫੈਸ਼ਨਲ ਲੋਕ ਨੇ, ਜਿਨ੍ਹਾਂ ਨੂੰ ਪੈਸੇ ਦੇ ਨਾਲ ਮੁਹੱਬਤ ਹੈ, ਜਿਨ੍ਹਾਂ ਨੂੰ ਪੈਸੇ ਦੇ ਨਾਲ ਪਿਆਰ ਹੈ। ਠੀਕ ਹੈ, ਜਿਹੜਾ ਰਿਜ਼ਲਟ ਜਲਦੀ ਲੈਣਾ ਚਾਹੁੰਦੇ ਨੇ, ਕਿਸੇ ਦੀ ਜਾਨ, ਕਿਸੇ ਦਾ ਮਾਲ, ਕਿਸੇ ਦਾ ਫੈਮਿਲੀ, ਕਿਸੇ ਦੀ ਚੀਜ਼ ਦਾ ਖਿਆਲ ਨਹੀਂ ਕਰੋ। ਬਸ ਹੈਗਾ ਕਿ ਪਟੋਲਾ ਚੰਗਾ ਬਣ ਕੇ ਜਾਵੇ, ਪਟੋਲਾ ਜਿੱਤੇ ਜਾਂ ਮੈਂ ਜਿੱਤਾਂ, ਬਸ ਮੇਰੀ ਮੈਂ ਹੋਵੇ, ਉਹਦੇ ਲਈ ਭਾਵੇਂ ਤੁਸੀਂ ਜਾਨ ਤੇ ਖੇਡ। ਅੰਡਰਸਟੈਂਡ ਕਰ ਰਹੇ ਹੋ ਮੇਰੀ ਗੱਲ? ਜੀ ਜੀ ਬਿਲਕੁਲ। ਕੁਝ ਸਮਝ ਆ ਰਹੀ ਮੇਰੀ ਗੱਲ ਦੀ? ਜੀ ਜੀ। ਹੁਣ ਅੱਗ ਜਿਸ ਤਰ੍ਹਾਂ ਕ੍ਰਿਕਟ ਦੀ ਰਿਵਾਈਵਲਰੀ ਹੋਈ ਹੈ ਪਾਕਿਸਤਾਨ ਦੇ ਵਿੱਚ, ਠੀਕ ਹੈ, ਹੁਣ ਦੁਨੀਆ ਤੁਹਾਡੇ ਦਰਵਾਜ਼ੇ ਦੇ ਉੱਤੇ ਹੈਗੀ ਹੈ ਕਿ ਹੁਣ ਪਾਕਿਸਤਾਨ ਦਾ ਸਟਾਈਲ ਜਿਹੜਾ ਕ੍ਰਿਕਟ ਦਾ ਨਾ ਉਹ ਅਪਣਾਉਣਾ ਹੈ। ਕਿਆ ਕਲਾਸੀਕਲ ਸ਼ਾਟਾਂ ਨੇ, ਬਾਬਰ ਆਜ਼ਮ ਦਾ ਕਵਰ ਡਰਾਈਵ, ਬਾਬਰ ਆਜ਼ਮ ਦੀਆਂ ਸ਼ਾਟਾਂ, ਸ਼ਹਿਨਸ਼ਾਹ ਅਫਰੀਦੀ ਦੀ ਜਿਹੜੀ ਉਹ ਡਿਲੀਵਰੀ ਬਾਲ ਆਫ ਦੀ ਈਅਰ ਹੋ ਗਈ, ICC ਨੇ ਉਹਨੂੰ ਵੇਚਤਾ ਹੈ। ਠੀਕ ਹੈ, ਕਿਆ ਰਿਜ਼ਵਾਨ ਦਾ ਕੈਲੰਡਰ ਈਅਰ 'ਚ ਸਭ ਤੋਂ ਜ਼ਿਆਦਾ ਸਕੋਰ ਕਰਨਾ, क्या ਉਹਦਾ ਮੋਟੋ, क्या ਉਹਦਾ ऑब्जेक्ट कि अल्लाह से होता है, अल्लाह के सिवा किसी से नहीं होता। क्या बात। ठीक, ਤੇ ਇਸ ਟੌਪਿਕ ਦੇ ਉੱਤੇ, ਸੌਰੀ ਅਗਰ ਇਸ ਟੌਪਿਕ ਦੇ ਉੱਤੇ ਕਿਸੇ ਨੇ ਚੀਜ਼ ਦੇਖਣੀ ਤੇ ਮੇਰੇ ਬਿਲਾਲ ਫਿਟਨੈਸ ਚੈਨਲ ਤੇ ਜਾ ਕੇ ਦੇਖ ਲਿਆ। ਹੋਪ ਕਿ ਉਮਰ ਨੇ ਵੀ ਉਹ ਅਪਲੋਡ ਕਰਤੀ ਉਹ ਵਾਲੀ ਵੀਡੀਓ ਆਪਣੇ ਚੈਨਲ ਦੇ ਉੱਤੇ, ਵੀ ਉੱਥੇ ਵੀ ਦੇਖ ਸਕਦੇ ਜਾ ਕੇ। ਤੇ ਕਹਿਣ ਦਾ ਮਤਲਬ ਹੈ ਕਿ ਬੀਇੰਗ ਅ ਪ੍ਰੋਫੈਸ਼ਨਲ ਬੋਡੀ ਬਿਲਡਰ, ਜੋ ਵੀ ਕੁਛ ਦਿੱਤਾ ਹੈ ਮੈਨੂੰ अल्लाह ने, जो भी अज मैं जिस भी मुकाम से खड़ा हुआ इस बॉडी बिल्डिंग की वजह से बाहर आने जाने, जिथे खलोने उठने बैठने, लोग तुहानू पसंद करते हैं, ख्वाहिश करते हैं तुहाडे जैसा बनना। अल्लाह की कसम, लोग ख्वाहिश करते हैं तुहाडे मार्केटां च, मॉलां च, जिथे मर्जी चले जाओ, ते आके कहंदे ने कि सर माशाअल्लाह यू हैव अ वेरी गुड बॉडी, यू हैव अ वेरी गुड फिजिक। तो कहने का मतलब है कि
किहदी वजह तो इस गेम की वजह तो ना, अल्लाह ताला की रहमत तो बाद इस गेम की वजह तो ਹੁਣ इस गेम को अनहेल्दी बनाता गया इन्हां चीज़ों की वजह तो रिवाइवल ही ऐसी इस वजह इस तरह आएगी कि तुसीं इहदे विचों 100% इस स्टीरॉयड ਨੂੰ बैन कर दो। सप्लीमेंट इज ओके, सप्लीमेंट बुरी चीज़ नहीं है, ਉਹ रिकवरी आ जाती ਉਹਦੇ ਚ ਕੀ ਕਹਿੰਦੇ ਨੇ, ਫਿਰ ਪ੍ਰੋਟੀਨ ਦੀ ਜਿਹੜੀ ਸਾਰੀ ਦਿਹਾੜੀ ਅਸੀਂ ਮੀਲ ਨਹੀਂ ਖਾ ਸਕਦੇ ਤੇ ਉਹ ਪ੍ਰੋਟੀਨ ਲੈ ਕੇ ਤੁਸੀਂ ਆਪਣਾ ਮੀਲ ਪੂਰਾ ਕਰ ਸਕਦੇ, ਠੀਕ ਹੈ। ਉਹ ਅਮਾਈਨੋਜ਼ ਆ ਜਾਂਦੇ ਨੇ, ਠੀਕ ਹੈ, ਪ੍ਰੋਟੀਨ ਬਲੌਕਸ ਨੇ। ਉਸ ਤੋਂ ਬਾਅਦ ਕੀ ਕਹਿੰਦੇ ਨੇ, ਪੋਸਟ ਵਰਕਆਊਟ ਪ੍ਰੀ ਵਰਕਆਊਟ ਚੀਜ਼ਾਂ ਨੇ ਜਿਹੜੀਆਂ, ਠੀਕ ਹੈ, ਮਤਲਬ ਐਨਰਜੀ ਕੁਛ ਐਂਡਿਊਰੈਂਸ ਵਾਸਤੇ, ਕੁਛ ਸਟਰੈਂਥ ਵਾਸਤੇ ਚੀਜ਼ਾਂ ਨੇ, ਕੁਛ ਮਲਟੀਵਾਈਟਾਮਿਨਸ ਨੇ। ਉਹ ਅਕੋਰਡਿੰਗ ਟੂ ਦੀ ਏਜ ਜਿਹੜੀ ਹੈ ਨਾ, ਉਸ ਤਰੀਕੇ ਦੇ ਨਾਲ ਤੁਸੀਂ ਉਹ ਲੈ ਸਕਦੇ ਹੋ, ਬੜੀ ਬਿਹਤਰੀਨ। ਜਿੱਥੋਂ ਤੱਕ ਸਟੀਰॉयड ਦੀ ਗੱਲ ਆ ਗਈ ਨਾ, 110% ਇਹਨੇ ਜਿਹੜੀ ਚੀਜ਼ ਤੁਹਾਡੇ ਅੰਦਰ ਜਾਏਗੀ, ਉਹ ਐਟ ਦੀ ਐਂਡ ਇੱਕ ਵਕਤ ਆਏਗਾ ਤੁਹਾਨੂੰ ਉਹਦਾ ਜਿਹੜਾ ਨਾ ਜ਼ਰੂਰ ਜਿਹੜਾ ਨਾ ਆਊਟਪੁੱਟ ਬਾਹਰ ਆਏਗਾ। ਮੇਰੀ ਗੱਲ ਸਮਝ ਆਈ ਕਿ ਉਹਦਾ ਆਊਟਪੁੱਟ ਜ਼ਰੂਰ ਬਾਹਰ ਆਏਗਾ। ਉਹ ਤੁਸੀਂ ਉਹਦੇ ਨਾਲ ਅਨਹੈਲਦੀ ਹੋ ਜਾਓਗੇ, ਬਿਮਾਰ ਹੋ ਜਾਓਗੇ, ਕੋਈ ਨਾ ਕੋਈ ਇੰਪੈਕਟ ਥੋੜਾ ਬਹੁਤ ਜ਼ਰੂਰ ਆਏਗਾ, ਠੀਕ ਹੈ। ਤੇ ਉਹਦੇ ਵਿੱਚ ਕੀ ਕਹਿੰਦੇ ਨੇ, ਜ਼ਿਆਦਾ ਜਿਹੜੀਆਂ ਅੱਜ ਕੱਲ੍ਹ ਲੋਕਾਂ ਨੂੰ ਜਿਹੜਾ ਨਾ, ਜਿਹੜੇ ਲੋਕ ਕੁਛ ਸਟੀਰॉयਡ ਐਸੀਆਂ ਹੈਗੀਆਂ ਨੇ ਜਿਵੇਂ T3 T4 TSH ਵਾਲੇ ਫੰਕਸ਼ਨਲ ਹਾਰਮੋਨ ਨੇ, ਠੀਕ ਹੈ। ਉਹ ਥਾਇਰੋਇਡ ਦੀ ਜਿਹੜੀ ਡਿਜ਼ੀਜ਼ ਵਾਸਤੇ ਚੀਜ਼ਾਂ ਹੁੰਦੀਆਂ ਨੇ, ਉਹ ਕਟਿੰਗ ਦੇ ਵਾਸਤੇ ਇਹਦੇ 'ਚ ਯੂਜ਼ ਹੋ ਰਹੀਆਂ। ਦੱਸੋ ਤੁਸੀਂ T3 T4 ਖਾਓਗੇ, ਠੀਕ ਹੈ, ਤੇ ਤੁਸੀਂ ਥਾਇਰੋਇਡ ਦੇ ਮਰੀਜ਼ ਨਹੀਂ ਬਣੋਗੇ ਬਾਅਦ 'ਚੋਂ। ਤੇ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਥਾਇਰੋਇਡ ਦੀ ਬਿਮਾਰੀ ਐਸੀ ਹੈ ਲੱਗ ਗਈ, ਹਾਰਟ ਤੋਂ ਵੀ ਜ਼ਿਆਦਾ ਗੰਦੀ ਬਿਮਾਰੀ, ਸਮਝ ਆਈ ਕਿ ਨਹੀਂ। ਹਾਰਟ ਦੀ ਡਿਜ਼ੀਜ਼ ਤੋਂ ਵੀ ਜ਼ਿਆਦਾ ਗੰਦੀ ਬਿਮਾਰੀ, ਤੇ ਉਹ ਕਿਸ ਦੀ ਵਜ੍ਹਾ ਤੋਂ ਲੱਗਦੀਆਂ? ਇਹਦੀ ਵਜ੍ਹਾ ਤੋਂ ਲੱਗਦੀਆਂ ਤੁਸੀਂ ਸਟੱਫ ਦਾ ਜਿਹੜਾ ਨਾ ਦੌਰਾਨੀਆ ਵਧਾ ਦਿਓ, ਠੀਕ ਹੈ, ਸਟੀਰॉयड ਦਾ ਦੌਰਾਨੀਆ ਤੁਸੀਂ ਵਧਾ ਦਿਓ, ਤੇ ਇਹ ਲਾਜ਼ਮ ਤੁਹਾਨੂੰ ਕੋਈ ਨਾ ਕੋਈ ਚੀਜ਼ ਲੱਗੇਗੀ। ਹੁਣ ਜਦੋਂ ਅਸੀਂ ਸਟੀਰॉयਡ ਵਗੈਰਾ ਯੂਜ਼ ਕਰਨੇ ਆ, ਉਹ ਹਾਰਟ ਬੀਟ ਤੇਜ਼ ਹੋ ਜਾਂਦੀ ਉਹਦੇ ਨਾਲ, ਤੁਹਾਡਾ ਹੰਗਰ ਵੱਧ ਜਾਂਦਾ, ਤੁਹਾਨੂੰ ਫਿਜ਼ੀਕਲੀ ਗਰੋਥ ਨਜ਼ਰ ਆ ਰਹੀ ਹੁੰਦੀ ਹੈ, ਬਸ ਕਿਆ ਬਾਤ ਹੈ। ਉਹ ਸਟਰੈਂਥ ਜੇ ਪਾਵਰ ਜਿਹੜੀ ਹੈ ਨਾ, ਕੀ ਕਹਿੰਦੇ ਨੇ, ਉਹ ਕੀ ਕਹਿ ਸਕਦੇ ਆ, ਬਸ ਉਸ ਵਕਤ ਆਰਜ਼ੀ ਤੌਰ ਤੇ ਤੁਹਾਡੇ ਕੋਲ ਆ ਜਾਂਦੀ। ਜਦੋਂ ਮੁਕਾਬਲਾ ਹਰ ਚੀਜ਼ ਸਾਰਾ ਪੇਟ ਖੁੱਲਿਆ, ਨੋਰਮਲ ਲਾਈਫ ਚਾਹੁੰਦੇ, ਫਿਰ ਬੰਦਾ ਠੀਕ ਹੋ ਜਾਂਦਾ। ਇਹਦੀ ਸਟੀਰॉयड ਦੇ ਨੁਕਸਾਨਾਤ ਆਣੇ ਹੀ ਆਣੇ, ਠੀਕ ਹੈ। ਮੈਨੂੰ ਲੋਕ ਬੁਰਾ ਵੀ ਕਹਿਣਗੇ, ਮੈਨੂੰ ਲੋਕ ਚੰਗਾ ਵੀ ਕਹਿਣਗੇ, ਸ਼ਾਇਦ ਇਹ ਚੀਜ਼ ਦੇਖ ਕੇ ਕਿ ਆਪ ਵੀ ਕਰਦਾ ਰਿਹਾ, ਹੁਣ ਆਪ ਗੱਲ ਕਰਦਾ ਰਿਹਾ। ਤੇ ਮੈਂ ਰੱਬ ਦੀ ਕਸਮ ਕਰਕੇ ਕਹਿੰਦਾ ਵਾ, ਮੇਰੇ 8 ਟੂਰ ਨੇ ਸਾਰੇ ਨੈਚੁਰਲ। ਮੇਰੀ ਬੋਡੀ ਬਿਲਡਿੰਗ ਫੈਡਰੇਸ਼ਨ ਕੋਲੋਂ ਪੁੱਛ ਲਓ, ਮੇਰੇ ਭਰਾ ਇਮਰਾਨ ਕੋਲੋਂ ਪੁੱਛ ਲਓ, ਖਾਲਦ ਭਾਈ ਕੋਲੋਂ ਪੁੱਛ ਲਓ, ਜਿੰਨੇ ਵੀ ਮੇਰੇ ਵੱਡੇ ਜਿਨ੍ਹਾਂ ਦੇ ਨਾਲ ਮੈਂ ਜਾਂਦਾ ਰਿਹਾ ਮੁਕਾਬਲਾ ਖੇਡਣਾ, ਉਹਨਾਂ ਕੋਲ ਪੁੱਛ ਲਓ। ਹਾਂ, ਲੋਕਲ ਮੁਕਾਬਲਿਆਂ ਦੇ ਵਿੱਚ ਇਹ ਵੀ ਮੇਰਾ ਭਾਈ ਇਮਰਾਨ ਇਸ ਚੀਜ਼ ਦਾ ਗਵਾਹ ਹੈ ਕਿ ਉਹਦੇ ਕੋਲ ਪੁੱਛੋ ਜਾ ਕੇ ਕਿ ਮੈਂ ਕੀ ਕਰਦਾ। ਮਕਸੂਦ ਸਾਹਿਬ ਸਾਡੇ ਟੀਚਰ ਸਨ, ਸ਼ੌਕਤ ਸਾਹਿਬ ਸਾਡੇ ਟੀਚਰ ਸਨ, ਤੇ ਉਹਨਾਂ ਕੋਲ ਪੁੱਛ ਲਓ ਜਾ ਕੇ। ਸ਼ੌਕਤ ਸਾਹਿਬ ਕਹਿੰਦੇ ਨੇ, ਦੇਖੋ ਇੱਕ ਦਫਾ ਇੱਕ ਲਾਹੌਰ ਦਾ ਮੁਕਾਬਲਾ ਖੇਡਿਆ, ਮੈਂ ਕਲਾਸ ਵੀ ਜਿੱਤ ਗਿਆ, ਡਿਵੀਜ਼ਨ ਦੀ ਵੀ, ਪੰਜਾਬ ਦੀ ਵੀ, ਪਾਕਿਸਤਾਨ ਦੀ ਵੀ, ਤੇ ਮੇਰੀਆਂ ਮਿਸਾਲਾਂ ਦਿੰਦੇ ਸਨ, ਦੇਖੋ ਬਿਲਾਲ ਨੇ ਕੁਛ ਵੀ ਨਹੀਂ ਕੀਤਾ, ਨੈਚੁਰਲੀ ਤਿਆਰੀ ਕਰ ਗਿਆ, ਤੁਸੀਂ ਵੀ ਕਰ ਸਕਦੇ ਹੋ। ਇਹ ਮਿਸਾਲ ਦਿੰਦੇ ਹੁੰਦੇ ਸਨ ਸ਼ੌਕਤ ਸਾਹਿਬ ਨੇ। ਇੱਕ ਦਫਾ ਮਿਸਾਲ ਦਿੱਤੀ ਸੀ ਮੇਰੇ ਲਈ, ਇਹ ਨਹੀਂ ਗੱਲ ਕਿ ਮੈਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਪਿਆ, ਮੈਂ ਕੁਛ ਨਹੀਂ ਕੀਤਾ, ਮੈਂ ਬੜਾ ਹੀ ਨॉर्मली टच। देखो मेरी छोटी जी हाइट है, मैं अच्छी डाइट, अच्छी खुराक, अच्छा खाना, अच्छा सप्लीमेंट कर लांगा ना, तो मैनू इन्हां चीज़ों की जरूरत ही नहीं पेगी। मेरे जैसी फिजीक में 5 फुट 1 इंच मेरी हाइट है। मुजफ्फर भाई की भी, खालिद भाई की भी, अजहर साहब की भी, मतलब कि खालिद भाई की भी कोई एडी उच्ची हाइट नहीं है। ये जिहड़े पाकिस्तान के जिहड़े बड़े वन ऑफ दी बेस्ट बॉडी बिल्डर है ना, इन्होंने ही किया। ये ज्यादा स्टीरॉयड वाले पासे नहीं गए, ये ज्यादा वो ठोके टकाई वाले पासे नहीं गए, इन्होंने किले अपने आप। सादी देखो खालिद भाई नूं, अजहर साहब नूं, मुजफ्फर भाई नूं, खालक नूं, मतलब कि मैं जी मेरी हाइट के लोग ने उन्होंने गल करना, अज भी उंज ही खलोते लगते हैं, समझ आई कि अज भी उंज ही खलोते लगते हैं। और शबीर साहब ने, शबीर भाई ने, उन्होंने देख लो अज भी उस तरह लग। तो कहने का मकसद ही है कि डिपेंड करता है तुसीं अपने आप में करना की चाहते हो, आया कि तुसीं करना भी चाहते हो कि नहीं करना चाहते हो, तुहाडे कोल होएगा भी कि नहीं होएगा। तो फिर तुसीं जे इहनूं अनहेल्दी फील्ड बनाता गया तो तुसीं जरूर फिर इस फील्ड दे विच आना। अपनी फिटनेस रखो, अपने आप नूं फिट रखो, अपनी सेहत का ख्याल रखो, ठीक है। और बस वो तुहाडी जान वास्ते, तुहाडी फैमिली वास्ते, तुहाडे वास्ते, तुहाडे खुद वास्ते। हुण IFBB वालियां नूं कौन समझाएगा जिन्हां दा कारोबार बन गया? एशियन फेडरेशन वाले नूं कौन समझाएगा? सारे दुनिया के बड़े बड़े जिहड़े ब्रांड ने बॉडी बिल्डिंग, उन्हां नूं कौन समझाएगा? ਇਹ ਮੈਨੂੰ ਦੱਸੋ कि यार स्टीरॉयड दे विच नहीं होना चाहिए, बैन होना चाहिए, ठीक है।
ਅਗਰ ਜਿਹੜਾ ਲੈ ਕੇ ਆਏ ਉਹਦਾ ਇਹਤਸਾਬ ਹੋਣਾ ਚਾਹੀਦਾ ਹੈ, ਉਹਨੂੰ ਜੇਲ੍ਹ ਹੋਣੀ ਚਾਹੀਦੀ ਹੈ, ਉਹਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ, ਬਿਲਕੁਲ ਹੀ ਕੱਟ ਆਫ ਕਰ ਦਿਓ ਇਹਦੇ ਚੋਂ। ਤੇ ਉਹ ਕਹਿਣਗੇ ਜੀ ਫਾਇਦਾ ਕੀ ਫਿਰ ਬੋਡੀ ਬਿਲਡਿੰਗ ਦਾ, ਇਹ ਮਜ਼ੇ ਲਾ। ਉਹ ਯਾਰ ਇੱਕ ਵਾਰੀ ਨੈਚੁਰਲ ਚੀਜ਼ਾਂ ਸ਼ੁਰੂ ਕਰਕੇ ਤੇ ਦੇਖੋ। ਈਵਨ ਕਿ ਭਲਵਾਨੀ 'ਚ ਵੀ ਸਟੀਰਾਇਡ ਆ ਗਈ, ਈਵਨ ਕਿ ਫਾਸਟ ਬੋਲਰ ਕ੍ਰਿਕਟ ਦੇ ਵੀ ਉਹ ਨੈਂਡਰਾਲੋਨ ਲੈਂਦੇ ਰਹੇ ਨੇ ਸਾਰੇ। ਹੁਣ ਕੀ ਦਾ ਕਿਹੜੇ ਲੈਂਦੇ ਰਹੇ ਨੇ ਸਾਡੇ ਤੋਂ, ਜਿਹੜੇ ਅੱਜ ਕੱਲ੍ਹ ਬੜੇ YouTube ਚੈਨਲ ਬਣਾ ਕੇ ਬੈਠੇ ਹੋਏ ਨੇ ਨਾ, ਬੜੇ ਵੱਡੇ ਬੋਲਰ ਬਣੇ ਨੇ ਸਾਰੇ, ਭਲਵਾਨੀ ਹਰ ਚੀਜ਼ ਐਨੀ ਸਭ ਦੁਨੀਆ ਨੇ, ਰੋਕਦਾ ਹੀ ਕੋਈ ਨਹੀਂ। ਫੁੱਟਬਾਲਰ ਵੀ ਲੈਂਦੇ ਨੇ ਆਪਣੀ ਪਾਵਰ ਇਨਹਾਂਸ ਕਰਨ ਵਾਸਤੇ। ਗੱਲ ਸਮਝ ਆ ਰਹੀ? ਹੁਣ ਮਿਲ ਗਿਆ ਤੁਹਾਨੂੰ ਜਵਾਬ। ਇਹ ਜਿਹੜੀਆਂ ਪਿਛਲੇ ਸਾਲ ਦੇ ਵਿੱਚ 3 ਮੌਤਾਂ ਹੋਈਆਂ ਨੇ, ਉਸ ਤੋਂ ਬਾਅਦ ਉਸ ਤੋਂ ਪਿਛਲੇ ਸਾਲ ਵੀ 4, ਯਾਨੀ ਕਿ ਉਹ ਲੋਕ ਮਰੇ ਨੇ ਜਿਹੜੇ ਓਲੰਪੀਆ ਦੇ ਸਟੇਜ ਨੂੰ ਖੇਲਦੇ ਸਨ। ਅਸੀਂ ਉਹਨਾਂ ਨੂੰ ਓਲੰਪੀਆ ਦੇ ਸਟੇਜ ਤੇ ਵੇਖਿਆ। ਅਨਨੋਨ ਬੰਦਾ ਜਿਹੜਾ ਅਨਪ੍ਰੋਫੈਸ਼ਨਲ ਅਨਐਜੂਕੇਟਡ ਬੰਦਾ ਜਿਹੜਾ ਨਾ, ਫਿਰ ਉਹ ਇਹ ਕੰਮ ਕਰੇਗਾ ਤੇ ਫਿਰ ਉਹਦੇ ਨਾਲ ਕੀ ਹੋਏਗਾ ਇਹ ਦੱਸ ਦਿਓ। ਅਗਰ ਸਟੀਰਾਇਡਾਂ ਦਾ ਰੀਜ਼ਨ ਨਹੀਂ ਹੈਗਾ ਇਹ ਜਿੰਨੇ ਵੀ ਬੋਡੀ ਬਿਲਡਰ ਮਰ ਰਹੇ ਨੇ, ਸਟੀਰਾਇਡਾਂ ਦਾ ਰੀਜ਼ਨ ਨਹੀਂ ਹੈਗਾ ਤੇ ਫਿਰ ਬੋਡੀ ਬਿਲਡਰ ਹੀ ਕਿਉਂ ਮਰ ਰਿਹਾ? ਮੇਰੀ ਗੱਲ ਸਮਝੋ, ਫਿਰ ਬੋਡੀ ਬਿਲਡਰ ਹੀ ਕਿਉਂ ਮਰ ਰਿਹਾ? ਛੁਪਾਉਣ ਵਾਸਤੇ ਜਾਂ ਉਹਨੂੰ ਕਹਿਣ ਵਾਸਤੇ ਹਰ ਬੰਦਾ ਕਹਿੰਦਾ ਜੀ ਬੋਡੀ ਬਿਲਡਰ ਦੇ ਪਿੱਛੇ ਪੈ ਜਾਂਦੇ ਹੋ ਕਿ ਬੋਡੀ ਬਿਲਡਰ ਹੀ ਇੰਝ ਕਰਦੇ ਨੇ, ਉਹ ਹੀ ਇੰਝ ਮਰਦੇ ਨੇ ਤੇ ਉਹ ਹੋਰ ਵੀ ਹੈ। ਹੋਰ ਤਾਂ ਕੋਈ ਸਪੋਰਟਸਮੈਨ ਨਜ਼ਰ ਨਹੀਂ ਆਉਂਦਾ ਕਿਸੇ ਵੀ ਸਪੋਰਟਸ ਦੇ ਵਿੱਚ ਕਿ ਉਹ ਸਟੀਰਾਇਡ ਤੋਂ ਮਰਿਆ ਹੋਵੇ। ਤੇ ਬੋਡੀ ਬਿਲਡਿੰਗ ਜੋ ਹੁੰਦਾ ਫਿਰ ਸ਼ੌਨ ਜਾਰਡਨ ਦਾ ਵੀ ਸਿਲਸਿਲਾ ਠੀਕ ਹੈ। ਫਿਰ ਉਸ ਤੋਂ ਹਜ਼ਾਨ ਦਾ ਬੜਾ ਮੇਰਾ ਫੇਵਰਟ ਬੋਡੀ ਬਿਲਡਰ ਸੀ ਬੈਤੁੱਲਾ ਬਾਸਪੁਰ, ਠੀਕ ਹੈ। ਉਹਦਾ ਜਿਗਰ ਹੀ ਸੁੱਕੜ ਗਿਆ ਸੀ, ਉਹ ਕਿਹਦੇ ਨਾਲ ਸੁੱਕੜੇ? ਲੰਗ ਉਹਦੇ ਸਾਰੇ ਸੁੱਕੜ ਗਏ। ਕਿਹਦੀ ਵਜ੍ਹਾ? ਸਾਡੇ ਮੁਲਕ ਦੀ, ਇੰਡੀਆ ਦੀ, ਪਾਕਿਸਤਾਨ ਦੀ, ਏਸ਼ੀਆ ਦੀ ਜਿੰਦੀ ਤੇ ਛੱਡੋ ਨਾ ਤੁਸੀਂ ਗੱਲ, ਤੇ ਅਸੀਂ ਉਹ ਮੰਨ ਲਿਆ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਕੀ ਕਰਨਾ ਕੀ ਨਹੀਂ ਕਰਨਾ। ਤਾਂ ਵਾਕਈ ਨਹੀਂ ਪਤਾ ਹੈਗਾ ਕਿ ਸਟੀਰਾਇਡ ਨੂੰ ਕਿਸ ਤਰ੍ਹਾਂ। ਤੁਸੀਂ ਅਗਰ ਦੇਖਿਆ ਜਾਏ ਅਰਬ ਰੀਜਨ 'ਚ ਦੇਖਿਆ ਜਾਏ ਕਿ ਇੱਥੇ ਦੇ ਇੰਝ ਲੈਂਦੇ ਨੇ ਜਿਵੇਂ ਕੀ ਕਹਿੰਦੇ ਨੇ ਪਾਣੀ ਦੇ ਨਾਲ ਕੀ ਕਹਿੰਦੇ ਨੇ ਫੱਕੀ ਮਾਰੀ ਦੀ, ਜਿਵੇਂ ਪਾਣੀ ਪੀ ਲਈਦਾ। ਉਹਨੂੰ ਕੀ ਕਹਿੰਦੇ ਨੇ ਵੱਡੇ ਜਿਹੜੇ IFBB ਦੇ ਕਰਤਾ ਧਰਤਾ ਨੇ, ਜਿਹੜੇ ਬੋਡੀ ਬਿਲਡਿੰਗ ਦੇ ਜਿਹੜੇ ਦੇਵਤਾ ਨੇ, ਮਾਲਕ ਨੇ ਇਵੈਂਟਸ ਦੇ ਸਾਰੇ ਜਿਹੜੇ ਕਰਾਉਂਦੇ ਨੇ, ਜਿਹੜੇ ਚੀਫ ਹੈਗੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ। ਗਵਰਨਮੈਂਟਾਂ ਨੂੰ ਸੋਚਣਾ ਚਾਹੀਦਾ, ਗਵਰਨਮੈਂਟ ਨੂੰ ਵੀ ਕੁੱਦਣਾ ਚਾਹੀਦਾ, ਸਾਰੀਆਂ ਗਵਰਨਮੈਂਟਾਂ ਨੂੰ ਵੀ ਕੁੱਦਣਾ ਚਾਹੀਦਾ ਕਿ ਵੀ ਇਹ ਨਹੀਂ ਹੋਣ ਦੇਣਾ। ਉਹਨੂੰ ਬੋਡੀ ਬਿਲਡਿੰਗ ਹੋਏਗੀ ਤੇ ਨੈਚੁਰਲ ਹੋਏਗੀ, ਨਹੀਂ ਤੇ ਨਹੀਂ ਹੋਏਗੀ। ਨਹੀਂ ਤੇ ਆਪਣੇ ਜਿਮ ਤੱਕ ਆਪਣੇ ਆਪ ਨੂੰ ਫਿਟਨੈਸ ਤੱਕ ਰੱਖੋ। ਈਵਨ ਖਲਾ ਲੋਕ ਮਰਨਾ ਤੇ ਬਚ ਜਾਣਗੇ ਨਾ। ਵੇਖੇ ਤੋਂ ਦੇਖ ਕੇ ਜਿਹੜੀ ਸਾਰੀ ਸਪੋਰਟਸਾਂ ਦੀ ਵੀ ਸਟੀਰਾਇਡ ਜਾ ਰਹੀ ਹੈ, ਉਹ ਜਿਹੜੇ ਇੱਕ ਫਿਰ ਇਹਨਾਂ ਨਾਲ ਇਹ ਵੀ ਬੜੀ ਜ਼ਿਆਦਤੀ ਹੁੰਦੀ। ਜਿਹੜੇ ਡਿਜ਼ਰਵਿੰਗ ਲੋਕ ਹੁੰਦੇ ਨੇ ਅਫੋਰਡ ਨਹੀਂ ਕਰ ਸਕਦੇ ਚੀਜ਼ਾਂ, ਤੇ ਨੋਨ ਡਿਜ਼ਰਵਿੰਗ ਲੋਕ ਜਿਹੜੇ ਨੇ ਉਹ ਯੂਜ਼ ਕਰਦੇ ਨੇ, ਉਹਨਾਂ ਕੋਲ ਉਹ ਅਫੋਰਡ ਕਰ ਲੈਂਦੇ ਨੇ। ਉਹ ਭਾਜੀ ਉਹ ਦੂਸਰਿਆਂ ਦੀ ਵਾਟ ਲੱਗ ਜਾਂਦੀ, ਉਹ ਵਿਚਾਰੇ ਕਦੀ ਵੀ ਉੱਤੇ ਨਹੀਂ ਜਾ ਸਕਦੇ ਜਾਂ ਕਦੀ ਵੀ ਅਚੀਵਮੈਂਟ ਵਾਲੇ ਪਾਸੇ ਜਾਂ ਕਦੀ ਵੀ ਉਹ ਉਸ ਪਾਸੇ ਆ ਹੀ ਨਹੀਂ ਸਕਦੇ। ਕਿਉਂ? ਉਹਨਾਂ ਕੋਲ ਬਜਟ ਨਹੀਂ ਹੈ, ਫੈਸਿਲਿਟੀਜ਼ ਨਹੀਂ ਹੈ, ਬੈਕ ਨਹੀਂ ਹੈ। ਠੀਕ ਹੋ ਗਿਆ ਨਾ ਆਫਰ ਸਾਹਿਬ? ਇੱਕੋ ਹੀ ਆਏਗਾ ਇਸ ਬੋਡੀ ਬਿਲਡਿੰਗ 'ਚ 100% ਸਟੀਰਾਇਡ ਖਤਮ ਹੋ ਜਾਏ। ਜਿਸ ਤਰ੍ਹਾਂ ਅਰਬ ਰੀਜਨ 'ਚ ਅਸੀਂ ਰਹਿੰਦੇ ਹਾਂ, ਕੁੱਤੇ ਦੀ ਤਰ੍ਹਾਂ ਸਾਰਾ ਕੁਛ ਇੱਥੇ ਹੁੰਦਾ, ਲੇਕਿਨ ਨਾਮ ਲੈਣਾ ਇੰਝ ਬੰਦੇ ਦਾ ਅੰਦਰੋਂ ਖੂਨ ਜਿਹੜਾ ਨਾ ਉਹ ਇੱਕ ਵਾਰੀ ਹਾਰਟ ਬੀਟ ਤੇਜ਼ ਹੋ ਜਾਂਦੀ, ਕੋਈ ਕਹਿੰਦਾ ਉਹ ਸਟੀਰਾਇਡ ਦਾ ਫੜਿਆ ਗਿਆ ਜਾਂ ਕੋਈ ਸਾਬ ਹੋ ਗਿਆ ਲੱਗ ਜਾਏਗੀ। ਠੀਕ ਇਸ ਤਰ੍ਹਾਂ ਜਿਹੜਾ ਨਾ ਇਹਨੂੰ ਬੈਨ ਨਹੀਂ ਹੋਣਾ ਚਾਹੀਦਾ। ਕੋਈ ਵੀ ਨਾ ਖਰੀਦ ਸਕੇ ਫਾਰਮੇਸੀਆਂ ਤੋਂ ਜਾ ਕੇ, ਕਿਸੇ ਵੀ ਅਨਲੀਗਲ ਤਰੀਕੇ ਨਾਲ ਜਾ ਕੇ ਮਾਰਕੀਟ ਦੇ ਵਿੱਚ ਸਪੋਰਟਸਮੈਨਾਂ ਨੂੰ ਮਿਲਣੀਆਂ ਹੀ ਨਹੀਂ ਚਾਹੀਦੀ। ਜਿਹੜਾ ਲੈਣ ਲਈ ਜਾਏ ਉੱਥੇ ਉਹਨੂੰ ਥਾਣੇ ਪੁਲਿਸ ਦੇ ਹਵਾਲੇ ਕਰੋ, ਉੱਥੇ ਉਹਨੂੰ ਅਰੈਸਟ ਕਰਾ ਦਿਓ। ਹੁਣ ਸਾਡੀ ਇਸ ਵੀਡੀਓ ਦੀ ਵਜ੍ਹਾ ਤੋਂ ਹੀ ਹੈ ਜਿਹੜੀ ਮੈਂ ਹੁਣ ਵੀਡੀਓ ਬਣਾ ਰਿਹਾ, ਜੋ ਕਿ ਮੇਰੇ ਕੋਲ ਮੇਰਾ ਪੁਆਇੰਟ ਆਫ ਵਿਊ ਲੈ ਰਿਹਾ, ਲੋਕਾਂ ਨੇ ਬੜੀ ਗੱਲਾਂ ਕਰਨਗੇ, ਮੈਨੂੰ ਕੋਈ ਭਾਰ ਨਹੀਂ ਹੈਗਾ ਕਿਸੇ। ਆਈ ਡੋਂਟ ਕੇਅਰ। ਤੁਸੀਂ ਮੇਰਾ ਓਪੀਨੀਅਨ ਲਿਆਓ, ਮੈਂ ਤੁਹਾਨੂੰ ਦੱਸਦਾ। ਹੋਰ ਮੇਰੇ ਲਾਈਕ ਹੁਕਮ।